ਕੇਂਦਰ ਦੀ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਤੇ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਰਵਾਈ ਜਾ ਰਹੀ ਹੈ ਡੀਡੀ ਕਨਕਲੇਵ। ਕਈ ਉੱਘੀਆਂ ਸ਼ਖਸੀਅਤਾਂ ਲੈ ਰਹੀਆਂ ਨੇ ਹਿੱਸਾ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ 8ਵੀਂ ਬੈਠਕ ਜਾਰੀ। ਵਿਕਸਿਤ ਭਾਰਤ @2047 ਦਾ ਰੋਡ ਮੈਪ ਕੀਤਾ ਜਾਵੇਗਾ ਤਿਆਰ। ਤੇ ਪੰਜਾਬ ਵਿੱਚ ਬਿਜਲੀ ਬਕਾਏ ਨਾ ਅਦਾ ਕਰ ਸਕਣ ਵਾਲੇ ਖਪਤਕਾਰਾਂ ਨੂੰ ਯਕਮੁਸ਼ਤ ਨਿਬੇੜਾ ਸਕੀਮ ਤਹਿਤ ਦਿੱਤਾ ਗਿਆ 3 ਮਹੀਨੇ ਦਾ ਸਮਾਂ। ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਭੁਪਿੰਦਰ ਸਿੰਘ ਮਲਿਕ ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਸੇਵਾ ਸੁਸ਼ਾਸਨ ਗਰੀਬ ਕਲਿਆਣ ਦੇ 9 ਸਾਲ ਪੂਰੇ ਹੋ ਰਹੇ ਨੇ। ਇਸ ਮੌਕੇ ਤੇ ਦਿੱਲੀ ਦੇ ਵਿਗਿਆਨ ਭਵਨ ਵਿੱਚ ਡੀਡੀ ਕਨਕਲੇਵ ਕਰਵਾਈ ਜਾ ਰਹੀ ਹੈ, ਜਿਸ ਦੌਰਾਨ ਵੱਖ-ਵੱਖ ਵਿਸ਼ਿਆਂ ਤਹਿਤ 3 ਹਿੱਸਿਆਂ ਵਿੱਚ ਚਰਚਾ ਹੋਵੇਗੀ। ਇਹਨਾਂ ਵਿੱਚ ਪਹਿਲਾ ਹਿੱਸਾ ਇੰਡੀਆ ਸਰਜਿੰਗ ਅਹੈਡ ਦੀ ਥੀਮ ਤੇ ਰੱਖਿਆ ਗਿਆ ਹੈ। ਇਸ ਭਾਗ ਵਿੱਚ 9 ਸਾਲਾਂ ਵਿੱਚ ਅਰਥ ਵਿਵਸਥਾ, ਕੂਟਨੀਤੀ ਅਤੇ ਬੁਨਿਆਦੀ ਢਾਂਚੇ ਵਿੱਚ ਹੋਏ ਬਦਲਾਅ ਤੇ ਚਰਚਾ ਹੋ ਰਹੀ ਹੈ। ਗੌਰਤਲਬ ਹੈ ਕਿ ਇਹਨਾਂ ਸਾਲਾਂ ਵਿੱਚ ਦੇਸ਼ ਨੇ ਇੱਕ ਪ੍ਰਗਤੀਸ਼ੀਲ ਅਤੇ ਸਥਿਰ ਅਰਥ ਵਿਵਸਥਾ ਦੇਖੀ ਹੈ। ਨਾਲ ਹੀ ਉਦਯੋਗ ਅਤੇ ਸੇਵਾ ਖੇਤਰਾਂ ਵਿੱਚ ਬਹੁਤ ਵਾਧਾ ਦਰਜ ਹੋਇਆ ਹੈ। ਯੂਨੀਕੋਰਨਸ ਦੀ ਸੰਖਿਆ ਵਿੱਚ ਹੋਇਆ ਵਾਧਾ ਨੌਜਵਾਨਾਂ ਵਾਸਤੇ ਟੈਕਨੋਲੋਜੀ ਅਤੇ ਈਜ਼ ਆਫ ਡੂਇੰਗ ਬਿਜ਼ਨਸ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਤੇ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਇੱਕ ਕਿਤਾਬਚਾ ਵੀ ਜਾਰੀ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮੋਦੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਵਿੱਚ ਦੇਸ਼ ਦੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਨੇ। ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਉਦਾਹਰਨ ਦੇ ਕੇ ਦੱਸਿਆ ਕਿ ਜਨ ਕਲਿਆਣ ਦੇ ਲਈ ਮੋਦੀ ਸਰਕਾਰ ਵੱਲੋਂ ਕੀਤੀ ਗਈ ਹਰ ਪਹਿਲ ਕਿੰਨੀ ਵਿਸ਼ਾਲ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕੀਤਾ। का मतलब आप समझिए 3.5 मतलब 5 लोग एक परिवार में अगर हम देखें एवरेज, तो दिस इज लाइक द पॉपुलेशन ऑफ जापान। 60 करोड़ का मतलब यूरोप की पॉपुलेशन है करीब 47 करोड़ 50 करोड़। उसके बराबर की जनसंख्या को हर घर नल से जल पहुंचाया जा चुका है 9 वर्षों में। आप याद करो 10 साल पहले 15 साल पहले ये सिचुएशन होती थी, कोई आके मुंबई में आके ऐसे अटैक कर जाए, दिल्ली के किसी भी कोने में बॉम्ब रख के चला जाए, सारा चेंज हुआ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਡੀਡੀ ਕਨਕਲੇਵ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੀਆਂ ਸਰਕਾਰਾਂ ਸਮੇਂ ਯੋਜਨਾਵਾਂ ਕੁਝ ਲੋਕਾਂ ਤੱਕ ਆ ਕੇ ਹੀ ਖਤਮ ਹੋ ਜਾਂਦੀਆਂ ਸਨ, ਪਰ ਵਰਤਮਾਨ ਸਰਕਾਰ ਵੱਲੋਂ ਅੰਤੋਦਿਆ ਦੇ ਟੀਚੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਪਿਛਲੇ 9 ਸਾਲਾਂ ਵਿੱਚ 27% ਗਰੀਬਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਚੁੱਕਿਆ ਗਿਆ ਹੈ। सरकारों में योजनाएं कुछ लोगों तक आकर अंत हो जाती थी, लेकिन अब हमारी सरकार में अंत्योदय के महान लक्ष्य को पूरा किया जा रहा है। पंक्ति के अंत में खड़े हुए व्यक्ति के जीवन में सुधार लाने का कार्य किया जा रहा है। और यही कारण है जब दुनिया भर की एजेंसीज की रिपोर्ट आती है और उसमें ये लिखकर आता है कि पिछले 9 वर्षों में मोदी जी की सरकार में 27% गरीबों को गरीबी रेखा से बाहर निकालने का काम हुआ है, तो हम सबके लिए एक बड़ी उपलब्धि की बात है। ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ 8ਵੀਂ ਮੀਟਿੰਗ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਗਈ ਹੈ। ਮੀਟਿੰਗ ਵਿੱਚ ਵਿਕਸਿਤ ਭਾਰਤ ਦੇ ਰੋਡ ਮੈਪ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਚਰਚਾ ਕਰ ਰਹੇ ਨੇ। ਨੀਤੀ ਆਯੋਗ ਦੇ ਚੇਅਰਮੈਨ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਇਸ ਬੈਠਕ ਦੀ ਪ੍ਰਧਾਨਗੀ ਕਰ ਰਹੇ ਨੇ। ਇਸ ਵਿੱਚ ਦੇਸ਼ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਪ ਰਾਜਪਾਲ ਵੀ ਹਿੱਸਾ ਲੈ ਰਹੇ ਨੇ। ਇਸ ਮੀਟਿੰਗ ਦਾ ਥੀਮ ਵਿਕਸਿਤ ਭਾਰਤ @2047 ਟੀਮ ਇੰਡੀਆ ਦੀ ਭੂਮਿਕਾ ਰੱਖਿਆ ਗਿਆ ਹੈ, ਜਿਸ ਵਿੱਚ ਇਸ ਸੰਬੰਧੀ ਰੋਡ ਮੈਪ ਤਿਆਰ ਕਰਨ ਲਈ 8 ਪ੍ਰਮੁੱਖ ਮੁੱਦਿਆਂ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਸ ਵਿੱਚ MSME, ਬੁਨਿਆਦੀ ਢਾਂਚਾ ਅਤੇ ਪੂੰਜੀਕਾਰੀ, ਨਿਯਮਾਂ ਨੂੰ ਘੱਟ ਕਰਨਾ, ਮਹਿਲਾ ਸਸ਼ਕਤੀਕਰਨ, ਸਿਹਤਮੰਦ ਤੇ ਪੋਸ਼ਣ, ਕੌਸ਼ਲ ਵਿਕਾਸ, ਗਤੀ ਸ਼ਕਤੀ ਅਤੇ ਸਮਾਜਿਕ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੈ। ਕੱਲ੍ਹ 28 ਮਈ ਨੂੰ ਪੂਰੀ ਦੁਨੀਆ ਇੱਕ ਵਾਰ ਫੇਰ ਨਵੇਂ ਭਾਰਤ ਦੀ ਨਵੀਂ ਉੱਤਮ ਪ੍ਰਾਪਤੀ ਦਾ ਗਵਾਹ ਬਣੇਗੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵਾਂ ਬਣਿਆ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਜਿੱਥੇ ਨਵੀਂ ਪਾਰਲੀਮੈਂਟ ਨਵੇਂ ਭਾਰਤ ਦੀ ਸਿਰਜਣਾ ਦਾ ਸੰਕਲਪ ਹੈ, ਉੱਥੇ ਹੀ ਇਹ ਇਮਾਰਤ ਪਾਰਲੀਮੈਂਟ ਆਰਕੀਟੈਕਚਰ ਦੇ ਤੌਰ ਤੇ ਨਵੀਆਂ ਤਕਨੀਕਾਂ ਨਾਲ ਲੈਸ ਹੈ। ਇਸ ਸੰਬੰਧ ਵਿੱਚ ਜਾਰੀ ਇੱਕ ਟਵੀਟ ਰਾਹੀਂ ਪ੍ਰਧਾਨ ਮੰਤਰੀ ਨੇ ਇਸ ਮੌਕੇ ਨੂੰ ਦੇਸ਼ ਵਾਸੀਆਂ ਵਾਸਤੇ ਮਾਣ ਵਾਲਾ ਪਲ ਦੱਸਿਆ ਹੈ, ਜਿਸ ਵਿੱਚ ਉਹਨਾਂ ਨੇ ਨਵੇਂ ਸੰਸਦ ਭਵਨ ਦੀ ਇੱਕ ਵੀਡੀਓ ਰਾਹੀਂ ਝਲਕ ਵੀ ਸਾਂਝੀ ਕੀਤੀ ਹੈ।
ਉਹਨਾਂ ਬੇਨਤੀ ਕੀਤੀ ਕਿ ਇਸ ਵੀਡੀਓ ਨੂੰ ਆਪਣੀ ਆਵਾਜ਼ ਅਤੇ ਆਪਣੀਆਂ ਭਾਵਨਾਵਾਂ ਨਾਲ ਸਾਂਝਾ ਕੀਤਾ ਜਾਵੇ, ਜਿਸ ਵਿੱਚ ਕੁਝ ਨੂੰ ਉਹ ਰੀਟਵੀਟ ਵੀ ਕਰਨਗੇ। ਟਵਿੱਟਰ ਵਿੱਚ #MyParliament MyPride ਦੀ ਵਰਤੋਂ ਕਰਨਾ ਨਾ ਭੁੱਲਿਆ ਜਾਵੇ। ਪੰਜਾਬ ਸਰਕਾਰ ਨੇ ਬਿਜਲੀ ਬਿੱਲ ਨਾ ਭਰਨ ਕਰਕੇ ਡਿਫਾਲਟਰ ਹੋਏ ਖਪਤਕਾਰਾਂ ਲਈ ਯਕਮੁਸ਼ਤ ਨਿਬੇੜਾ ਸਕੀਮ OTS ਦਾ ਐਲਾਨ ਕੀਤਾ ਹੈ, ਤਾਂ ਜੋ ਆਰਥਿਕ ਮਜਬੂਰੀਆਂ ਕਰਕੇ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਗਏ ਸਨ ਜਾਂ ਮੁੜ ਜੋੜੇ ਨਹੀਂ ਜਾ ਰਹੇ ਸਨ, ਉਹਨਾਂ ਨੂੰ ਇੱਕ ਹੋਰ ਮੌਕਾ ਮਿਲੇ। ਇਹ ਸਕੀਮ ਹਰ ਵਰਗ ਦੇ ਖਪਤਕਾਰਾਂ, ਖਾਸ ਤੌਰ ਤੇ ਉਦਯੋਗਿਕ ਖਪਤਕਾਰਾਂ ਲਈ 3 ਮਹੀਨੇ ਲਈ ਜਾਰੀ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ PSPCL ਵੱਲੋਂ ਇੱਕ ਸੁਨਹਿਰੀ ਮੌਕਾ ਦਿੱਤਾ ਗਿਆ ਹੈ ਅਤੇ OTS ਤਹਿਤ ਬਿੱਲਾਂ ਦੀ ਬਕਾਇਆ ਰਹਿੰਦੀ ਡਿਫਾਲਟਿੰਗ ਰਕਮ ਦੀ ਅਦਾਇਗੀ ਲਈ ਸਧਾਰਨ ਦਰ ਦੇ ਹਿਸਾਬ ਨਾਲ 9% ਦੀ ਵਿਆਜ ਲਿਆ ਜਾਏਗਾ। ਉਹਨਾਂ ਕਿਹਾ ਕਿ ਜੇਕਰ ਕਨੈਕਸ਼ਨ ਕੱਟਣ ਦੀ ਤਾਰੀਖ ਅਤੇ ਕਨੈਕਸ਼ਨ ਜੋੜਨ ਦੀ ਮਿਆਦ 6 ਮਹੀਨੇ ਜਾਂ ਇਸ ਤੋਂ ਘੱਟ ਹੈ ਤਾਂ ਕੋਈ ਵੀ ਫਿਕਸ ਚਾਰਜਸ ਨਹੀਂ ਲਏ ਜਾਣਗੇ। ਸਕੀਮ ਤਹਿਤ ਬਕਾਇਆ ਰਕਮ 1 ਸਾਲ ਵਿੱਚ 4 ਕਿਸ਼ਤਾਂ ਰਾਹੀਂ ਜਮ੍ਹਾਂ ਕਰਵਾਈ ਜਾ ਸਕੇਗੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ 3 ਦਿਨਾਂ ਜਨ ਸੰਵਾਦ ਪ੍ਰੋਗਰਾਮ ਮਹਿੰਦਰਗੜ੍ਹ ਜ਼ਿਲ੍ਹੇ 'ਚ ਖਤਮ ਹੋਇਆ ਹੈ। ਮੁੱਖ ਮੰਤਰੀ ਨੇ ਕੱਲ੍ਹ ਮਹਿੰਦਰਗੜ੍ਹ ਦੇ ਪਿੰਡ ਬਵਾਨੀਆਂ ਵਿੱਚ ਜਨ ਸੰਵਾਦ ਪ੍ਰੋਗਰਾਮ ਦੌਰਾਨ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਮੁੱਖ ਮੰਤਰੀ ਨੂੰ ਪਗੜੀ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਸਾਰੀਆਂ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾਵਾਂ, BPL ਕਾਰਡ, ਆਯੁਸ਼ਮਾਨ ਯੋਜਨਾ, ਵੋਟਰ ਕਾਰਡ ਆਦਿ ਸਾਰੀਆਂ ਸਰਕਾਰੀ ਸਕੀਮਾਂ PPP ਦੇ ਨਾਲ ਜੋੜ ਦਿੱਤੀਆਂ ਗਈਆਂ ਨੇ। ਜ਼ਿਆਦਾਤਰ ਸੇਵਾਵਾਂ ਆਨਲਾਈਨ ਹੋਣ ਕਰਕੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈ ਰਹੇ। ਇਸ ਲਈ ਪਿੰਡ ਵਿੱਚ ਜੇਕਰ ਕਿਸੇ ਦਾ ਪਹਿਚਾਣ ਪੱਤਰ ਨਹੀਂ ਬਣਿਆ, ਉਹ ਜਲਦੀ ਬਣਵਾ ਲਵੇ। ਮੁੱਖ ਮੰਤਰੀ ਨੇ ਔਰਤਾਂ ਨਾਲ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਔਰਤਾਂ ਸਹਾਇਤਾ ਸਮੂਹ ਬਣਾ ਕੇ ਸਵੈ ਰੋਜ਼ਗਾਰ ਅਪਣਾਉਣ। जैसे आपके नियम अनुसार आपने बताया कि छोटे छोटे उद्योग गांव में लगाए जाए, उसी अनुसार हमारी महिलाएं 16 महिलाएं आज बवानिया गांव के अंदर रात दिन काम कर रही हैं। सर इनकम की बात करें तो इस जनवरी से आपने मोटा अनाज की जो मुहिम चलाई है, इसके अंदर हमें हर महीने 1 लाख रुपए बचत हमारी आ रही है, जो 6-6 हजार सारी महिलाएं आपस में बांट लेते हैं। बाकी हम अपने आगे बढ़ाने के लिए उसी के अंदर डिवाइड कर हर महिला 6,000 रुपया एक महीने का ले लेती है, तो इसका मतलब साल का 70-72 हजार रुपया केवल घर बैठे महिलाएं अपना कमाती हैं। ਉਹਨਾਂ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਇਸ ਕੰਮ ਲਈ ਪਿੰਡਾਂ ਵਿੱਚ ਕੈਂਪ ਲਗਾਏ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਮੈਰਿਟ ਅਤੇ ਪਾਰਦਰਸ਼ਤਾ ਨਾਲ ਸਰਕਾਰੀ ਨੌਕਰੀਆਂ ਦੇ ਰਹੀ ਹੈ। ਪਿੰਡ ਭਵਾਨੀ ਦੇ 120 ਨੌਜਵਾਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਨੇ। ਇਸੇ ਤਰ੍ਹਾਂ ਪਰਿਵਾਰ ਪਹਿਚਾਣ ਪੱਤਰ ਦੇ ਆਧਾਰ ਤੇ 446 ਲੋਕਾਂ ਨੂੰ ਪੈਨਸ਼ਨ ਮਿਲ ਰਹੀ ਹੈ। ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਗੁਰੂਗ੍ਰਾਮ ਵਿੱਚ ਬੰਦਵਾੜੀ ਲੈਂਡਫਿਲ ਸਾਈਟ ਤੇ ਪੁਰਾਣੇ ਕੂੜੇ ਦੀ ਪ੍ਰੋਸੈਸਿੰਗ ਵਿੱਚ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ ਨੇ। ਉਹਨਾਂ ਹਦਾਇਤ ਕੀਤੀ ਕਿ ਸਾਰੇ ਪੁਰਾਣੇ ਕਚਰੇ ਨੂੰ ਇਸ ਸਾਲ ਨਵੰਬਰ ਮਹੀਨੇ ਤੱਕ ਪ੍ਰੋਸੈਸ ਕਰਨਾ ਯਕੀਨੀ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਕੱਲ੍ਹ ਚੰਡੀਗੜ੍ਹ ਵਿੱਚ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ, ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ। ਫਰੀਦਾਬਾਦ ਵਿੱਚ ਕੂੜੇ ਦੇ ਪ੍ਰਬੰਧ ਦੇ ਸਬੰਧ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ ਫਰੀਦਾਬਾਦ ਵੱਲੋਂ ਵੱਖ-ਵੱਖ ਥਾਵਾਂ ਤੇ 890 ਟਨ ਹਰ ਰੋਜ਼ ਦੀ ਸਮਰੱਥਾ ਨਾਲ ਕੂੜਾ ਪ੍ਰੋਸੈਸਿੰਗ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਦੱਸਿਆ ਕਿ ਮੁਜਾਰੀ ਲੈਂਡਫਿਲ ਸਾਈਟ ਤੇ 4 ਏਕੜ ਜ਼ਮੀਨ ਤੇ ਕੂੜਾ ਪ੍ਰੋਸੈਸਿੰਗ ਦੀ ਨਵੀਂ ਸਹੂਲਤ ਦਾ ਕੰਮ ਅਗਲੇ 15 ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਸਾਈਟ ਨੂੰ 171 ਕਰੋੜ 95 ਲੱਖ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਦੀ ਪ੍ਰੋਸੈਸਿੰਗ ਸਮਰੱਥਾ 259 TPD ਹੈ। ਇਸ ਤੋਂ ਇਲਾਵਾ 167 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਪ੍ਰਤਾਪਗੜ੍ਹ ਵਿੱਚ 4 ਏਕੜ ਜ਼ਮੀਨ ਵਿੱਚ 250 TPD ਸਮਰੱਥਾ ਦਾ ਇੱਕ ਹੋਰ ਵੇਸਟ ਪ੍ਰੋਸੈਸਿੰਗ ਪਲਾਂਟ ਵਿਕਸਿਤ ਕੀਤਾ ਜਾ ਰਿਹਾ ਹੈ। ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ GPS ਵਾਹਨਾਂ ਦੀ ਵਰਤੋਂ ਕਰਦੇ ਹੋਏ ਕੂੜੇ ਤੋਂ ਪੈਦਾ ਹੋਏ ਬਾਲਣ ਦੇ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਨੇ। PGI ਚੰਡੀਗੜ੍ਹ ਵੱਲੋਂ ਕੱਲ੍ਹ 28 ਮਈ ਦਾ ਦਿਨ ਵਿਸ਼ਵ ਤੰਬਾਕੂ ਰਹਿਤ ਦਿਵਸ 2023 ਵਜੋਂ ਮਨਾਉਣ ਲਈ ਸਾਈਕਲੋਥੌਨ ਅਤੇ ਵਾਕਥੌਨ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਥੀਮ ਸਾਨੂੰ ਭੋਜਨ ਦੀ ਲੋੜ ਹੈ, ਤੰਬਾਕੂ ਦੀ ਨਹੀਂ ਰੱਖਿਆ ਗਿਆ ਹੈ। ਪੱਤਰਕਾਰਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੰਦਿਆਂ PGI ਦੇ ਰਿਸੋਰਸ ਸੈਂਟਰ ਫਾਰ ਤੰਬਾਕੂ ਕੰਟਰੋਲ ਵਿਭਾਗ ਦੇ ਪ੍ਰੋਗਰਾਮ ਡਾਇਰੈਕਟਰ ਡਾਕਟਰ ਸੋਨੂ ਗੋਇਲ ਨੇ ਕਿਹਾ ਕਿ ਇਸ ਥੀਮ ਦਾ ਉਦੇਸ਼ ਵਿਅਕਤੀ ਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੇ ਰੌਸ਼ਨੀ ਪਾਉਣਾ ਹੈ। ਉਹਨਾਂ ਕਿਹਾ ਕਿ ਤੰਬਾਕੂ ਨੋਸ਼ੀ ਨਾਲ ਬਹੁਤ ਸਾਰੇ ਜ਼ਹਿਰੀਲੇ ਰਸਾਇਣ ਸਾਡੇ ਸਰੀਰ ਵਿੱਚ ਸ਼ਾਮਲ ਹੋ ਜਾਂਦੇ ਨੇ, ਜਿਹੜੇ ਬਾਅਦ ਵਿੱਚ ਬਹੁਤ ਹਾਨੀਕਾਰਕ ਸਿੱਧ ਹੁੰਦੇ ਨੇ। सबसे बड़ा मिथ ये है कि हुक्का जो है सेफ़र ऑप्शन है सिगरेट का। सबसे बड़ा मिथ यही है कि हुक्का जो है सबसे सेफ़र है, क्योंकि उसके अंदर फ़िल्टर होकर हमारा जो स्मोक है वो फ़िल्टर होकर आता है। ये बहुत बड़ा मिथ है। और उसके अंदर जो टॉक्सिक केमिकल्स हैं, टार, कार्बन मोनोक्साइड और हैवी मेटल्स, कार्सिनोजेंस और निकोटीन,
ये अधिक मात्रा में है। और अगर एक हुक्का का सेशन जो नॉर्मली 45 मिनट तक चलता है वो 50 सिगरेट के बराबर है। इस संबंध ਵਿੱਚ ਪ੍ਰਾਪਤ ਰਿਪੋਰਟ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਦੇਸ਼ ਭਰ ਵਿੱਚ ਤੰਬਾਕੂ ਦੀ ਵਰਤੋਂ ਕਾਰਨ ਹਰ ਮਿੰਟ ਵਿੱਚ ਲਗਭਗ 700 ਮੌਤਾਂ ਹੁੰਦੀਆਂ ਨੇ, ਜਦਕਿ ਵਿਸ਼ਵ ਪੱਧਰ ਤੇ ਅਜਿਹੀਆਂ ਮੌਤਾਂ ਦੀ ਗਿਣਤੀ 5500 ਹੈ। ਤੇ ਹੁਣ ਖਬਰਾਂ ਫਟਾਫਟ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਕੱਲ੍ਹ ਕਰਨਗੇ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਕੁੜੀਆਂ ਨੂੰ ਮਿਲੀਆਂ ਪਹਿਲੀਆਂ 3 ਪੋਜੀਸ਼ਨਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਉਹਨਾਂ ਦੀ ਬਰਸੀ ਤੇ ਦਿੱਤੀ ਸ਼ਰਧਾਂਜਲੀ। ਤੇ ਮੌਸਮ ਵਿਭਾਗ ਨੇ ਦੇਸ਼ ਭਰ ਵਿੱਚ ਇਸ ਸਾਲ ਮਾਨਸੂਨ ਆਮ ਵਾਂਗ ਰਹਿਣ ਦੀ ਕੀਤੀ ਪੇਸ਼ੀਨਗੋਈ। ਤੇ ਤੁਸੀਂ ਸਾਡੇ ਸਮਾਚਾਰ YouTube ਚੈਨਲ DD ਨਿਊਜ਼ ਚੰਡੀਗੜ੍ਹ, Facebook DD ਨਿਊਜ਼ ਚੰਡੀਗੜ੍ਹ ਤੇ ਟਵਿੱਟਰ ਹੈਂਡਲ DD ਨਿਊਜ਼ CHD ਤੇ ਵੀ ਦੇਖ ਸਕਦੇ ਹੋ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਹੁਣ ਖਤਮ ਹੁੰਦਾ ਹੈ। ਆਗਿਆ ਦਿਓ, ਨਮਸਕਾਰ।